ਬਾਹਰੋਂ ਕਰਕੇ ਲਿਜਾਣਾ। ਭੋਗ ਪੈਂਦੇ ਸਮੇਂ ਕੜਾਹ ਪ੍ਰਸ਼ਾਦ ਤੋਂ ਰੁਮਾਲਾ ਆਦਿ ਨਹੀਂ ਲਾਉਣਾ। ਜੇ ਕੁਰੈਤੀਆ ਕੜਾਹ ਪ੍ਰਸ਼ਾਦ ਕਰੇ ਜਾਂ ਬਿਨਾਂ ਸੁਚਤਾਈ ਤੋਂ ਕੀਤਾ ਜਾਏ ਤਾਂ ਕਾਰਜ ਰਾਸ ਨਹੀਂ ਹੁੰਦੇ। ਸੋ ਇਹ ਸੰਤ ਬਾਬਾ ਹਰਨਾਮ ਸਿੰਘ ਦਾ ਜ਼ਿਕਰ ਆਪਾਂ ਕੀਤਾ। ਰਾਮਪੁਰ ਖੇੜੇ ਵਾਲਿਆਂ ਦਾ ਉਹ ਗਰਮ ਗਰਮ ਲਿਜਾ ਕੇ ਕੜਾਹ ਪ੍ਰਸ਼ਾਦ ਸੇਵਾਦਾਰ ਨੇ ਅੰਦਰ ਰੱਖਿਆ। ਅਰਦਾਸ ਹੋਈ। ਬਾਬਾ ਜੀ ਕੋਲ ਸੀ ਉਦੋਂ, ਮੈਂ ਉੱਥੇ ਸਮਾਗਮ ਹੋ ਰਿਹਾ ਸੀਗਾ। 1977 ਦੀ ਗੱਲ ਹੀ। ਬਾਬਾ ਕਰਤਾਰ ਸਿੰਘ ਜੀ ਖਾਲਸਾ ਵੇਲੇ ਬਾਬਾ ਜੀ ਮੈਨੂੰ ਬਾਹਰ ਦਰਵਾਜ਼ੇ 'ਚ, ਮੈਂ ਵੀ ਪਿੱਛੇ ਉੱਠ ਕੇ ਚਲਿਆ ਗਿਆ। ਮੈਨੂੰ ਕਹਿੰਦੇ ਆਸਣ 'ਤੇ ਜਾ ਕੇ ਭਾਈ ਠਾਕਰ ਸਿੰਘ 10ਵੇਂ ਪਾਤਸ਼ਾਹ ਅੱਜ ਦਰਵਾਜ਼ੇ 'ਚ ਖੜ੍ਹੇ ਸੀ। ਉਹਨਾਂ ਮੈਨੂੰ ਆਪਣੀ ਜੀਭ ਦਿਖਾਈ। ਕਹਿੰਦੇ ਹਰਨਾਮ ਸਿੰਘ ਦੇ ਮੇਰੇ ਛਾਲੇ ਹੋ ਗਏ ਜੀਭ 'ਤੇ। ਕਹਿੰਦੇ ਮਹਾਰਾਜ ਜੀ ਇਹ ਕਿਵੇਂ ਹੋ ਗਏ? ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ। ਕਹਿੰਦੇ ਤੁਹਾਡੇ ਸਿੰਘਾਂ ਨੇ ਅੱਜ ਜਿਹੜੀ ਦੇਗ ਬਣਾਈ ਆ ਉਹ ਗਰਮ ਗਰਮ ਦੇਗ 'ਚ ਕਿਰਪਾਨ ਭੇਟਾ ਕਰਤੀ, ਇਸ ਕਰਕੇ ਮੇਰੇ ਛਾਲੇ ਹੋ ਗਏ। ਬਾਬਾ ਜੀ ਕਹਿੰਦੇ ਫਿਰ ਪੱਕਾ ਅਸੂਲ ਬਣਾਤਾ। ਦੇਗ ਬਣਾ ਕੇ ਪਹਿਲਾਂ ਇੱਕ ਕਮਰੇ ਵਿੱਚ ਪੱਖਾ ਚੱਲਦਾ ਹੁੰਦਾ ਸੀ, ਉੱਥੇ ਫਿਰ ਦੇਗ ਥੋੜ੍ਹੀ ਠੰਡੀ ਕਰਕੇ ਫਿਰ ਅੰਦਰ ਲੈ ਕੇ ਜਾਣੀ। ਛਕਣ ਯੋਗ ਬਣਾ ਕੇ ਫਿਰ ਹੀ ਭੋਗ ਲਵਾਉਣਾ ਚਾਹੀਦਾ। ਕਈ ਪ੍ਰਸ਼ਾਦੇ ਨੂੰ ਭੋਗ ਲਵਾ ਦਿੰਦੇ ਜਦੋਂ ਲੰਗਰਾਂ ਦੇ ਵਿੱਚ ਅੱਗ ਵਰਗੀ ਦਾਲ ਹੁੰਦੀ, ਗਰਮ ਗਰਮ ਸਬਜ਼ੀ ਤੇ ਫਟਾਫਟ ਭੋਗ, ਉਹ ਸਮਝਦੇ ਕਿ ਮਹਾਰਾਜ ਕਿਹੜਾ ਛਕਦੇ ਚਲੋ। ਤੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਅਰਦਾਸ ਸ਼ੁੱਧ ਹੋ ਕੇ ਪ੍ਰੇਮ ਸ਼ਰਧਾ ਨਾਲ ਖੜ੍ਹੇ ਹੋ ਕੇ ਹੱਥ ਜੋੜ ਕੇ ਮਹਾਰਾਜ ਜੀ ਦਾ ਧਿਆਨ ਧਰ ਕੇ ਭਰੋਸੇ ਸਹਿਤ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਮਝ ਕੇ ਸ਼ੁੱਧ ਅਰਦਾਸ ਦਾ ਪਾਠ ਕਰਨਾ। ਅਰਦਾਸ ਵਕਤ ਸਾਰੇ ਪਾਠੀ ਸਿੰਘ ਹਾਜ਼ਰ ਹੋਣ। ਹੁਣ ਤਾਂ ਪਾਠੀ ਇੱਕ ਵੀ ਨਹੀਂ ਲੱਭਦਾ ਹੁੰਦਾ, ਬਸ ਅਰਦਾਸ ਘਰਦਿਆਂ ਨੂੰ ਕਹਿਣਗੇ ਚੌਰ ਕਰੋ, ਇੱਕ ਪਾਠੀ ਅਰਦਾਸ 'ਤੇ ਹੁੰਦਾ। ਪਰ ਕਈ ਜਗ੍ਹਾ ਮਰਿਆਦਾ ਬਹੁਤ ਅੱਛੀ ਹੈ, ਫਿਰ ਵੀ ਤੋ ਪਾਠੀ ਸਿੰਘ ਸਾਰੇ ਵੈਸੇ ਇਕੱਠੇ ਹੋਣੇ ਚਾਹੀਦੇ। ਆਰੰਭ ਦੇ ਵਿੱਚ ਵੀ ਅਤੇ ਬਾਅਦ ਵਿੱਚ ਵੀ ਇਕੱਠੇ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਨੂੰ ਅੱਗੇ ਪਾਠ ਰੱਖਣਾ, ਉੱਧਰ ਨੂੰ ਭੱਜ ਦੌੜ ਪਈ ਹੁੰਦੀ ਹੈ। ਉਹ ਫਿਰ ਪਾਠ ਸਿਰੇ ਨਹੀਂ ਲੱਗਦਾ, ਫਿਰ ਘਰਦਿਆਂ ਦੀ ਗੱਲ ਨਹੀਂ ਬਣਦੀ। ਹੁਕਮਨਾਮਾ ਪਹਿਲਾਂ ਹੀ ਕੱਢ ਕੇ ਰੱਖਿਆ ਹੁੰਦਾ, ਚਾਹੇ ਪਾਠ ਕਿਵੇਂ ਵੀ ਹੋਵੇ। ਗੁਰਪੂਰਾ ਕਿਰਪਾ ਧਾਰੀ, ਗੁਰਪੂਰਾ ਚਾਨੀ ਲਾਇਆ, ਪਹਿਲਾਂ ਹੀ ਕੱਢਿਆ ਹੁੰਦਾ। ਘਰਦਿਆਂ ਨੂੰ ਵੀ ਖੁਸ਼ ਕਰ ਲਈਏ ਇਸ ਕਰਕੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਵਕਤ ਦਰਸ਼ਨੀ ਭੇਟਾ ਰੱਖ ਕੇ ਅਰਦਾਸ ਕਰਨੀ ਚਾਹੀਦੀ। ਸ਼ੁਰੂ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਸਰੂਪ ਪ੍ਰਕਾਸ਼ ਹੋਵੇ ਉਦੋਂ ਜਿੰਨੀ ਸਰਦੀ ਬਣਦੀ 10, 20, 50, 100 ਕੁਛ ਵੀ ਰੱਖੋ। ਫਿਰ ਮੱਧ ਦੀ ਅਰਦਾਸ ਹੁੰਦੀ, ਫਿਰ ਅੰਤਮ ਜਦੋਂ ਭੋਗ ਵੇਲੇ ਦੀ ਅਰਦਾਸ ਹੁੰਦੀ ਹੈ ਉਦੋਂ ਰੁਮਾਲੇ ਨਾਲ ਭੇਟਾ ਪਾਠੀਆਂ ਦੀ ਵੀ ਗੁਰੂ ਗ੍ਰੰਥ ਸਾਹਿਬ ਦੀ 51 ਜਾਂ 101 ਰੁਪਈਆ ਉਹ ਆਪਣੀ ਸ਼ਰਧਾ। ਸੇਵਾ ਘਰ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਸਤਿਗੁਰੂ ਜਾਣ ਕੇ ਭਰੋਸੇ ਨਾਲ ਸਾਰੀ ਸੇਵਾ ਕਰਨ। ਪਾਠੀ ਸਿੰਘ ਦੀ ਸੇਵਾ ਵੀ ਹਰ ਤਰ੍ਹਾਂ ਕਰਕੇ ਕਰਨ। ਪਾਠੀ ਸਿੰਘਾਂ ਨੂੰ ਨਫ਼ਰਤ ਨਾ ਕਰੋ। ਪਾਠੀ ਸਿੰਘਾਂ ਨੂੰ ਕਈ ਤਾਂ ਚਾਹ ਵੀ ਨਹੀਂ ਪੁੱਛਦੇ, ਕਈ ਰੋਟੀ ਵੀ ਨਹੀਂ ਪੁੱਛਦੇ। ਉਹਨਾਂ ਨੂੰ ਪਾਠੀ ਸਿੰਘਾਂ ਨੂੰ ਕਹਿਣਗੇ ਜਾਓ ਆਪੇ ਖਾ ਲਓ ਜਿੱਥੋਂ ਮਰਜ਼ੀ, ਸਾਡੇ ਤਾਂ ਘਰੇ ਪਾਠ ਕਰਨਾ। ਇਹ ਕੋਈ ਮਰਿਆਦਾ ਨਹੀਂ ਹੈਗੀ ਪਾਠ ਕਰਾਉਣ ਦੀ। ਪਾਠੀ ਸਿੰਘ ਵੀ ਚੰਗੇ ਹੋਣ, ਘਰ ਦੇ ਵੀ ਚੰਗੇ, ਮਰਿਆਦਾ ਨਾਲ ਪਾਠ। ਜਾਂ ਕਹਿਣਗੇ ਪਾਠੀ ਸਿੰਘ ਮੀਟ ਸ਼ਰਾਬ ਨਾਲ ਖਾਂਦਾ ਪੀਂਦਾ, ਪਾਠੀ ਸਿੰਘ ਵਧੀਆ ਆਇਆ ਵਧੀਆ। ਇੱਕ ਵਾਰ ਇੱਥੇ ਦੀ ਗੱਲ ਹੈ ਪਟਿਆਲੇ ਦੀ, ਕਹਿੰਦੇ ਪਾਠੀ ਸਿੰਘ ਸ਼ੁੱਧ ਲਿਆਓ। ਅਸੀਂ ਬੜੇ ਛਾਂਟ ਕੇ ਮਸਾਂ ਪਾਠੀ ਇਕੱਠੇ ਕੀਤੇ ਵੀ ਕੇਸੀ ਇਸ਼ਨਾਨ ਕਰੋ ਜੀ, ਉੱਥੇ ਮਰਿਆਦਾ ਜੀ, ਐਂ ਕਰਦਿਆਂ ਕਰਾਉਂਦਿਆਂ ਜਦੋਂ ਮੈਂ ਅਚਾਨਕ ਮੇਰੀ ਆਦਤ ਹੁੰਦੀ ਕਿਸੇ ਦੇ ਘਰ ਜਾ ਕੇ ਫਰਿੱਜ ਜ਼ਰੂਰ ਖੋਲ੍ਹਣਾ। ਜਾਂ ਮੈਂ ਫਰਿੱਜ ਖੋਲ੍ਹਿਆ, ਫਰਿੱਜ ਦੇ ਵਿੱਚ ਮੀਟ ਪਿਆ, ਉੱਥੇ ਆਂਡੇ ਪਏ। ਮੈਂ ਕਿਹਾ ਉਹ ਸਾਨੂੰ ਤਾਂ ਤੁਸੀਂ ਪਾਠੀ ਕਹਿ ਕੇ ਲਿਆਏ, ਚੰਗੇ ਚੰਗੇ ਪਾਠੀ ਲਿਆਇਓ, ਅਤੇ ਆਹ ਘਰ ਦੇ ਵਿੱਚ ਗੰਦ ਵਾੜਿਆ ਹੋਇਆ, ਇੱਥੇ ਪਾਠ ਕੀ ਕਰੂਗਾ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਆਪ ਘਰ ਵਾਲੇ ਵੀ ਖਿਆਲ ਰੱਖਣ। ਪਾਠੀਆਂ 'ਤੇ ਬੜਾ ਰੋਹਬ ਨਹੀਂ ਕਰਨਾ। ਕਈ ਪਾਠੀਆਂ ਨੂੰ ਰੋਹਬ ਹੀ ਦੇਈ ਜਾਣਗੇ। ਉਹ ਗੁਰੂ ਕੇ ਵਜ਼ੀਰ ਜਿਹੜਾ ਬਾਣੀ ਪੜ੍ਹਨ ਵਾਲਾ ਗੁਰੂ ਰੂਪ ਸਮਝਣਾ। ਜਦੋਂ ਪਾਠੀ ਤਾਬਿਆ ਬੈਠਾ ਹੁੰਦਾ ਉਦੋਂ ਜਿਹੜੇ ਪਾਤਸ਼ਾਹ ਦੀ ਬਾਣੀ ਪੜ੍ਹਦਾ ਉਹੀ ਪਾਤਸ਼ਾਹ ਉਹਦਾ ਰੂਪ ਹੋ ਜਾਂਦਾ ਪਾਤਸ਼ਾਹ ਦਾ। ਰਾਗੀ ਸਿੰਘਾਂ ਦਾ ਸਤਿਕਾਰ ਕਰਨਾ। ਜਦ ਤੱਕ ਪੰਥ ਵਿੱਚ ਸਤਿਕਾਰ ਨਹੀਂ ਰਾਗੀ ਪਾਠੀ ਗ੍ਰੰਥੀਆਂ ਦਾ, ਉਦੋਂ ਤੱਕ ਕੁਛ ਨਹੀਂ ਬਣਨਾ। ਇਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਵਚਨ ਨੇ, ਕਹਿੰਦੇ ਜਿੱਦਣ ਰਾਗੀ ਪਾਠੀ ਗ੍ਰੰਥੀਆਂ ਦਾ ਸਤਿਕਾਰ ਹੋ ਗਿਆ ਕੌਮ ਦੇ ਵਿੱਚ, ਉਦੋਂ ਖਾਲਸੇ ਚੜ੍ਹਦੀ ਕਲਾ ਹੋਣੀ ਹੈ। ਹਾਲੇ ਤਾਂ ਜਿਹੜੇ ਆਮ ਕਈ ਤੌਰ 'ਤੇ ਦੇਖੇ ਨੇ, ਕਿਸੇ ਦੇਸ਼ ਵਿੱਚ ਮੈਂ ਗਿਆ, ਉੱਥੇ ਗ੍ਰੰਥੀ ਸਿੰਘ ਛੋਟਾ ਸੀ, ਉਹਨੂੰ ਪ੍ਰਧਾਨ ਕਹਿੰਦਾ ਸਾਡਾ ਕਾਕਾ ਚੁੱਕ ਲਿਆ। ਉਹ ਕਾਕੇ ਨੇ ਉੱਥੇ ਹੀ ਗੰਦਗੀ ਜੀ ਕਰਤੀ, ਕਹਿੰਦਾ ਹੁਣ ਇਹਨੂੰ ਧੋ ਕੇ ਲਿਆ। ਭਾਵ ਕਹਿਣ ਦਾ ਪਾਠੀਆਂ ਤੋਂ ਗ੍ਰੰਥੀਆਂ ਤੋਂ ਘਰ ਵਿੱਚ ਝਾੜੂ ਭਾਂਡੇ ਪੋਚੇ ਕਰਵਾਈ ਜਾਣੇ, ਉਹ ਗੱਲ ਨਹੀਂ ਬਣਨੀ। ਇਹ ਤਾਂ ਗੁਨਾਹ ਲੱਗਣਾ ਉਲਟਾ। ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜਾ ਸੋ ਜੰਤ ਮਹਾ ਹਥਿਆਰਿਆ ਲਿਖਿਆ ਬਾਣੀ 'ਚ। ਜਿਹੜਾ ਗੁਰਸਿੱਖਾਂ ਕੋਲੋਂ ਆਪਣੇ ਘਰ ਦੇ ਕੰਮ ਕਰਾਉਂਦਾ ਨੌਕਰ ਸਮਝ ਕੇ, ਉਹ ਮਹਾ ਹਥਿਆਰਿਆ ਜਨਤਾ 'ਚ ਪਾਇਆ ਜਾਣਾ। ਪ੍ਰਸ਼ਾਦ ਦੁੱਧ ਦਹੀਂ ਘਿਓ ਆਦਿਕ ਹਰ ਤਰ੍ਹਾਂ ਨਾਲ ਪਾਠੀਆਂ ਸੇਵਾ ਪ੍ਰਸੰਨਤਾ ਲੈਣੀ ਜ਼ਰੂਰੀ ਹੈ, ਕਿਉਂਕਿ ਪਾਠੀ ਸਿੰਘ ਦਾ ਜ਼ੋਰ ਲੱਗਦਾ। ਕਈ ਫਿਰ ਜਦੋਂ ਆਪ ਪਾਠ ਕਰਦੇ ਨੇ ਕਹਿੰਦੇ ਬੜਾ ਔਖਾ ਪਾਠ ਕਰਨਾ, ਕਥਾ ਕਰਨੀ, ਕੀਰਤਨ ਕਰਨਾ ਕਿਤੇ ਸੌਖਾ ਜਿਹਾ ਕੰਮ ਨਹੀਂ। ਇਹ ਫਿਜ਼ੀਕਲੀ ਠੀਕ ਆ, ਸਾਹਮਣੇ ਬੈਠੇ ਹੀ ਨਜ਼ਰ ਆਉਂਦੇ ਆ, ਪਰ ਦਿਮਾਗ ਦਾ ਇੰਨਾ ਜ਼ੋਰ ਲੱਗ ਜਾਂਦਾ ਕਿ ਬਹੁਤ ਜ਼ਿਆਦਾ ਜ਼ੋਰ ਲੱਗਦਾ। ਪਾਠੀ ਸਿੰਘ ਦਾ ਦਿਮਾਗ ਸਭ ਤੋਂ ਜ਼ਿਆਦਾ ਲੱਗਦਾ। ਪਾਠ ਦੇ ਭੋਗ ਪੈਣ 'ਤੇ ਪਾਠੀ ਸਿੰਘਾਂ ਨੂੰ ਬਸਤਰ ਮਾਇਆ ਆਦਿ ਯਥਾ ਸ਼ਕਤ ਭੇਟਾ ਵੱਧ ਤੋਂ ਵੱਧ ਦੇਣੀ ਚਾਹੀਦੀ। ਸੂਮਤਾ ਨਹੀਂ ਕਰਨੀ ਚਾਹੀਦੀ। ਹੋਰ ਥਾਵਾਂ 'ਤੇ ਰਿਸ਼ਤੇਦਾਰਾਂ ਨੂੰ ਇੰਨੀਆਂ ਚੀਜ਼ਾਂ ਦਿੰਦੇ ਆਪਾਂ,
ਇਸ ਕਰਕੇ ਕੋਸ਼ਿਸ਼ ਕਰਨੀ ਕਿ ਪਾਠੀ ਸਿੰਘਾਂ ਨੂੰ ਜੇ ਵੱਧ ਪੈਸੇ ਦੇ ਦਾਂ ਕੋਈ ਡਰ ਨਹੀਂ, ਉਨਾ ਹੀ ਫਾਇਦਾ ਹੋਣਾ ਆਪਾਂ ਨੂੰ। ਜੋਤਾਂ, ਰਾਤ ਵਕਤ ਘਿਓ ਦਾ ਦੀਵਾ ਜਗਾਇਆ ਜਾਏ। ਦੇਗ ਤੇ ਜੋਤਾਂ ਵਾਸਤੇ ਘਰ ਦਾ ਘੀ ਹੋਣਾ ਬਹੁਤ ਜ਼ਰੂਰੀ ਹੈ। ਮਿੱਟੀ ਦੇ ਤੇਲ ਤੇ ਲੈਲਟਣਾ ਆਦਿਕ ਨਹੀਂ ਵਰਤਣੇ। ਧੂਫ ਰੋਜ਼ ਧੁਖਾਈ ਜਾਵੇ। ਸੋ ਇਸ ਤਰ੍ਹਾਂ ਦੀ ਦੇਸੀ ਘਿਓ ਦਾ ਦੀਵਾ, ਕਿਉਂਕਿ ਘਰੇ ਤਾਂ ਘਿਓ ਬਣਾਇਆ ਜਾਂਦਾ। ਅੱਜ ਕੱਲ੍ਹ ਘਿਓ ਵਿੱਚ ਨਾ ਮਿਲਾਵਟ ਬਹੁਤ ਜ਼ਿਆਦਾ ਹੈ। ਲੋਕ ਧੋਖਾ ਬਹੁਤ ਕਰਦੇ ਨੇ। ਘਿਓ ਘਰ ਦਾ ਹੋਵੇ, ਜੋਤਾਂ ਵਾਸਤੇ ਵੀ ਤੇ ਦੇਗ ਵਾਸਤੇ ਵੀ। ਫਿਰ ਹੁਣ ਧੂਪ ਸਮੱਗਰੀ ਹੈ। ਕਈ ਕਹਿੰਦੇ ਧੂਪ ਸਮੱਗਰੀ ਵਿੱਚ ਕੀ ਕੀ ਪਾਉਣਾ ਚਾਹੀਦਾ। ਇਹ ਸਦਾ ਵਾਸਤੇ ਹੀ ਬਣ ਜਾਣੀ ਆ। ਤਾਂ ਰਿਕਾਰਡਿੰਗ ਜਿਹੜੀ ਹੋ ਰਹੀ ਆ, ਹੌਲੀ ਹੌਲੀ ਬੋਲਦਾ ਮੈਂ, ਉਹ ਹੌਲੀ ਹੌਲੀ 2-4 ਵਾਰ ਸੁਣ ਕੇ ਲਿਖ ਕੇ ਫਿਰ ਉਹ ਧੂਪ ਸਮੱਗਰੀ ਜੇ ਬਣਾਵੇ, ਇਹਦੇ ਨਾਲ ਬਹੁਤ ਲਾਭ ਹੁੰਦੇ ਨੇ, ਬੜੇ ਫਾਇਦੇ ਹੁੰਦੇ ਨੇ। ਸੋ ਕਸਤੂਰੀ 2 ਰੱਤੀ, ਕੇਸਰ 4 ਮਾਸੇ, ਮੁਸ਼ਕਪੂਰ 3 ਮਾਸੇ, ਸੁੱਚੇ ਮੋਤੀ, ਗੋਕਾ ਘਿਓ 3 ਸਟਾਂਕ, ਦੇਸੀ ਖੰਡ 2 ਸਟਾਂਕ, ਜਾਵਿਤਰੀ, ਦੇਸੀ ਜੌਂ, ਇੰਦਰ ਜੌਂ, ਛਲ ਛਲੀੜਾ, ਕਪੂਰ ਕਚਰੀ, ਚੰਦਨ ਚਿੱਟਾ, ਚੰਦਨ ਲਾਲ, ਬਾਲ ਛੜ, ਭੋਜ ਪੱਤਰ, ਅਗਰ, ਤਗਰ, ਇਲਾਇਚੀ ਛੋਟੀ, ਇਲਾਇਚੀ ਵੱਡੀ, ਸਭ ਇੱਕ ਇੱਕ ਤੋਲਾ ਪਾਉਣੇ। ਇਹ ਖੋਪਾ, ਗਿਰੀ ਬਦਾਮ, ਛੁਹਾਰੇ, ਖਸ, ਧੂਪ ਲੱਕੜ, ਕਾਲੇ ਤਿਲ, ਚਿੱਟੇ ਤਿਲ, ਨਾਗਰ ਮੋਥਾ 2-2 ਤੋਲੇ, ਬਾਸਮਤੀ ਚੌਲ 3 ਤੋਲੇ, ਅਤਰ ਗੁਲਾਬ, ਬ੍ਰਹਮੀ ਖੁਸ਼ਬੂਦਾਰ, ਹਾਊ ਬੇਰ, ਫੁੱਲ ਧਾਵੇ ਦੇ, ਲੋਹ ਬਾਣ, ਮੁਸ਼ਕ ਅੰਬਰ, ਕਚੂਰ ਊਦ, ਦਾਲ ਚੀਨੀ। ਇਹ ਆਪਣੀ ਸ਼ਕਤੀ ਦੇ ਮੁਤਾਬਕ ਜਿੰਨੀ ਸਮਰੱਥਾ ਬਣਦੀ। ਜੇ ਪੈਸੇ ਜ਼ਿਆਦਾ ਆਵੇ ਤਾਂ ਕਸਤੂਰੀ ਹੋਰ ਜ਼ਿਆਦਾ ਪਾ ਲਓ, ਕੇਸਰ ਪਾ ਲਓ, ਬਹੁਤ ਸੋਹਣੀ ਖੁਸ਼ਬੂ ਆਉਂਦੀ ਆ। ਅੰਬਰ, ਕਸ਼ਮੰਬਰ ਆਦਿ ਕਈ ਚੀਜ਼ਾਂ ਹੁੰਦੀਆਂ ਖੁਸ਼ਬੂ ਵਾਲੀਆਂ। ਅਤੇ ਇਹ ਸਾਰਾ ਦੇਸੀ ਘਿਓ ਦੇ ਵਿੱਚ ਮਿਲਾ ਕੇ ਰਗੜ ਕੇ, ਦੇਸੀ ਘਿਓ 'ਚ ਮਿਲਾ ਕੇ, ਕੋਲਿਆਂ ਦੀ ਅੱਗ ਬਾਲ ਕੇ ਉਹਦੇ ਉੱਤੇ ਵੀ ਸਾਰੇ ਥਾਂ ਧੂਫ ਥੋੜ੍ਹੀ ਦੇ ਸਕਦੇ ਹਾਂ। ਜਾਂ ਫਿਰ ਜਿਵੇਂ ਤਵਾ ਗਰਮ ਹੁੰਦਾ, ਰੋਟੀ ਲਾਉਣ ਤੋਂ ਬਾਅਦ ਜਿਵੇਂ ਤਵਾ ਗਰਮ ਕਰਕੇ ਉਹ 'ਤੇ ਮਾੜੀ ਜਿਹੀ ਪਾ ਕੇ ਸਾਰੇ ਫੇਰ ਸਕਦੇ ਹਾਂ। ਇਹ ਧੂਫ ਦੇਣ ਦੇ ਨਾਲ ਸ਼ਹੀਦਾਂ ਸਿੰਘਾਂ ਦੀ ਪ੍ਰਸੰਨਤਾ ਹੁੰਦੀ। ਪੁਰਾਣੇ ਸਮੇਂ ਤੋਂ ਲੈ ਕੇ ਇਹ ਧੂਫ ਤੁਰੀ ਆਉਂਦੀ ਹੈ ਔਰ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ। ਖਾਸ ਨਿਯਮ, ਗੁਰਦੁਆਰੇ ਤੇ ਮਹਾਰਾਜ ਦੇ ਪ੍ਰਕਾਸ਼ ਸਥਾਨ 'ਤੇ ਹਰ ਜਗ੍ਹਾ ਦੋਵੇਂ ਵਕਤ ਧੂਪ ਦਿਖਾਉਣੀ ਹੈ। ਦੂਸਰਾ, ਗੁਰਦੁਆਰੇ ਵਿੱਚ ਮਹਾਰਾਜ ਦੇ ਹਜ਼ੂਰ ਰਾਤ ਨੂੰ ਘਿਓ ਦੀ ਜੋਤ ਜਗਾਉਣੀ ਹੈ। ਤੀਸਰਾ, ਅਖੰਡ ਪਾਠ ਸਮੇਂ ਧੂਪੀਏ ਹਰ ਵਕਤ ਬੈਠੇ ਰਹਿਣ, ਧੂਪ ਜਗਾਉਣ ਤੇ ਮੂਲ ਮੰਤਰ ਦਾ ਪਾਠ ਕਰਦੇ ਰਹਿਣ। ਹੁਣ ਨਹੀਂ ਕਰਦਾ ਕੋਈ, ਹੁਣ ਤਾਂ ਪਾਠੀ ਗੱਲਾਂ ਕਰਦੇ ਰਹਿੰਦੇ ਆ। ਪਾਠ ਦੇ ਕੋਲ ਅਖਬਾਰ ਹੀ ਪੜ੍ਹਦੇ ਨੇ, ਹੋਰ ਨਹੀਂ ਜੇ, ਨਹੀਂ ਤਾਂ ਫਿਰ ਹੋਰ ਬਥੇਰੇ ਕੰਮ ਨੇ। ਪੁੱਠੇ ਸਿੱਧੇ ਕੰਮ ਕਰੀ ਜਾਣਗੇ, ਪਾਠ ਨਹੀਂ ਕਰਦੇ, ਤਾਈਓ ਫਲ ਨਹੀਂ ਮਿਲਦਾ ਪੂਰਾ। ਘਰ ਵਾਲੇ ਵੀ ਸੁੱਤੇ ਰਹਿੰਦੇ, ਉਹ ਵੀ ਪਾਠ ਨਹੀਂ ਕਰਦੇ। ਮਹਾਰਾਜ ਦੇ ਹਜ਼ੂਰ ਫੁੱਲ ਚੜਾਉਣੇ ਚਾਹੀਦੇ, ਖੁਸ਼ਬੂ ਛਿੜਕੇ। ਲੋਕ ਕਹਿੰਦੇ ਖੁਸ਼ਬੂ ਦਾ ਕੀ ਫਾਇਦਾ, ਫੁੱਲਾਂ ਦਾ ਕੀ ਫਾਇਦਾ। ਉੱਥੇ ਜਿੱਥੇ ਮਾਹੌਲ ਵਧੀਆ ਬਣਾਉਣਾ ਹੋਵੇ ਉੱਥੇ ਖੁਸ਼ਬੂ ਦੀ ਬਹੁਤ ਲੋੜ ਹੁੰਦੀ ਹੈ। ਮਹਾਰਾਜ ਦੇ ਕਮਰੇ ਵਿੱਚ ਗੱਲਾਂ ਦਾ ਸੰਕੋਚ ਹੋਵੇ। ਹਰ ਪ੍ਰਕਾਰ ਦੇ ਅਖੰਡ ਪਾਠ ਨਾਲ ਜਪਜੀ ਸਾਹਿਬ ਦਾ ਪਾਠ ਜ਼ਰੂਰ ਰੱਖਣਾ। ਬਹੁਤੇ ਅਖੰਡ ਪਾਠਾਂ ਨਾਲ ਉਤਨੇ ਹੀ ਜਪਜੀ ਸਾਹਿਬ ਨਹੀਂ ਰੱਖਣੇ, ਨਹੀਂ ਤਾਂ ਇੱਕ ਤਾਂ ਜ਼ਰੂਰ ਰੱਖਣਾ। ਜੇ ਰੱਖ ਸਕਦੇ ਹੋ ਸਾਰਿਆਂ ਨਾਲ ਇੱਕ ਇੱਕ ਤਾਂ ਜ਼ਿਆਦਾ ਫਾਇਦਾ, ਨਹੀਂ ਤਾਂ ਇੱਕ ਅਖੰਡ ਪਾਠ ਹੋਵੇ, ਭਾਵੇਂ 5 ਅਖੰਡ ਪਾਠ ਹੋਣ, ਭਾਵੇਂ 10 ਹੋਣ, ਇੱਕ ਜਪਜੀ ਸਾਹਿਬ ਦਾ ਜ਼ਰੂਰ ਰੱਖਣਾ ਪਾਠ ਨਾਲ। ਜਪਜੀ ਸਾਹਿਬ ਖਾਸ ਕਰਕੇ ਖੱਬੇ ਪਾਸੇ ਰੱਖਣਾ, ਜਿਸ ਪਾਸੇ ਮਹਾਰਾਜ ਦੇ ਜਪਜੀ ਸਾਹਿਬ ਲਿਖਿਆ ਹੁੰਦਾ। ਜੇ ਖਾਸ ਵਜ੍ਹਾ ਕਰਕੇ ਨਾ ਹੋ ਸਕੇ ਤਾਂ ਦੂਜੇ ਪਾਸੇ ਵੀ ਰੱਖਿਆ ਜਾ ਸਕਦਾ ਹੈ। ਅਰਦਾਸ ਕਰਕੇ ਮੁੱਖ ਵਾਕ ਲੈ ਕੇ ਪਾਠ ਆਰੰਭ ਕਰ ਦੇਣਾ। ਸੰਗਤ ਤੋਂ ਆਗਿਆ ਨਹੀਂ ਮੰਗਣੀ ਕਿ ਆਗਿਆ ਹੈ, ਇਹ ਨਹੀਂ ਠੀਕ। ਸੋ ਕਈ ਇਹ ਪਿੱਛੇ ਜੇ ਮਰਿਆਦਾ ਆਪੇ ਹੀ ਪਾਠੀ ਚਲਾ ਲੈਂਦੇ ਹੁੰਦੇ, ਆਪਣੇ ਲੋਕ ਚਲਾਉਂਦੇ ਹੁੰਦੇ ਆ। ਪਹਿਲਾਂ ਇੱਥੇ ਪਟਿਆਲੇ ਵਿੱਚ ਵੀ ਜਾਂ ਹੋਰ ਥਾਵਾਂ 'ਤੇ ਜਦੋਂ ਰੁਮਾਲਾ ਚੜਾਉਣਾ ਤਾਂ ਪ੍ਰੇਮ ਪਟੋਲਾ ਤੈਸੈ ਦਿੱਤਾ, ਢੱਕਣ ਕੂ ਪਤ ਮੇਰੀ ਰਾਗੀਆਂ ਨੇ ਸ਼ਬਦ ਸ਼ੁਰੂ ਕਰ ਲਏ। ਮੈਂ ਪੁੱਛਿਆ ਇਹ ਸ਼ਬਦ ਦਾ ਅਰਥ ਪਤਾ ਕੀ ਹੈ? ਪ੍ਰੇਮ ਪਟੋਲਾ ਆਪਾਂ ਤਾਂ ਨਹੀਂ ਦਿੱਤਾ, ਉਹਨੇ ਦਿੱਤਾ ਆਪਾਂ ਨੂੰ। ਫਿਰ ਬੰਦ ਕਰਵਾਇਆ। ਫਿਰ ਪਾਠੀ ਸਿੰਘ ਜਿਹੜੇ ਇੱਕ ਵਾਰੀ ਜੱਬਲਪੁਰ ਦੀ ਗੱਲ ਆ, ਉੱਥੇ ਮਿਲਟਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਅਖੰਡ ਪਾਠ ਸਾਹਿਬ ਰੱਖਣਾ ਸੀ, ਪਰ ਆਰੰਭ ਕਰਨਾ ਹੀ ਪਾਠ। ਸੋ ਇਸ ਪ੍ਰਕਾਰ ਇੱਕ ਸਿੰਘ ਸੀ, ਉਹ ਜਦੋਂ ਪਾਠ ਪਰ ਆਰੰਭ ਕਰਨ ਲੱਗਿਆ, ਪਾਠੀ ਤਾਬਿਆ ਬੈਠਾ ਸੀ, ਅਰਦਾਸ ਹੋ ਗਈ, ਸਭ ਕੁਝ ਹੋ ਗਿਆ। ਆਫੀਸਰ ਨੂੰ, ਉਸ ਵਕਤ ਸਾਰੇ ਅਫੀਸਰ ਵੀ ਬੈਠੇ, ਸਿਪਾਹੀ ਵੀ ਬੈਠੇ, ਕਹਿੰਦੇ ਸਾਧ ਸੰਗਤ ਜੀ ਆਗਿਆ ਹੈ। ਅਤੇ ਆਫੀਸਰ ਕਹਿੰਦਾ ਹਲੇ ਕਰਨਲ ਸਾਹਿਬ ਨੇ ਆਉਣਾ, ਹਲੇ ਠਹਿਰ ਜਾਓ, ਬ੍ਰਿਗੇਡੀਅਰ ਸਾਹਿਬ ਨੇ ਆਉਣਾ, ਠਹਿਰ ਜਾਓ। ਉਹ 15 ਮਿੰਟ ਤੱਕ ਉੱਥੇ ਪਾਠੀ ਬੈਠਾ ਰਿਹਾ। 15 ਮਿੰਟਾਂ ਬਾਅਦ ਜਾ ਕੇ ਕਿਤੇ ਫਿਰ ਉਹ ਆਏ ਅਫਸਰ, ਤਾਂ ਪਾਠ ਆਰੰਭ ਕੀਤਾ। ਫਿਰ ਉਹ ਗ੍ਰੰਥੀ ਸਿੰਘ ਦੂਜਾ ਜਿਹੜਾ ਸਿਆਣਾ ਇੱਕ ਹੋਰ ਸੀ, ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਹੁਣ ਦੁਬਾਰਾ ਅਰਦਾਸ ਹੋਊਗੀ। ਇਸ ਕਰਕੇ ਸਾਧ ਸੰਗਤ ਤੋਂ ਆਗਿਆ ਲੈਣ ਦੀ ਲੋੜ ਨਹੀਂ। ਜਦੋਂ ਆਪਾਂ ਅਰਦਾਸ ਕਰਕੇ ਗੁਰੂ ਮਹਾਰਾਜ ਦੀ ਆਗਿਆ ਲੈ ਲਈ, ਬਸ ਇਹਦੋਂ ਅੱਗੇ ਹੋਰ ਕੋਈ ਆਗਿਆ ਨਹੀਂ ਹੁੰਦੀ, ਅਤੇ ਨਾ ਹੀ ਬਾਅਦ 'ਚ ਕੋਈ ਗੱਲ ਕਰਨੀ ਹੈ। ਅਤੇ ਬਸ ਇੱਕੋ ਓਂਕਾਰ ਤੋਂ ਪਾਠ ਆਰੰਭ ਕਰਨਾ। ਹਰ ਪਾਠ 'ਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ, ਸ਼ਾਮ ਨੂੰ ਰਹਿ ਰਾਸ ਤੇ ਕੀਰਤਨ ਸੋਹਲੇ ਦਾ ਪਾਠ ਕਰਨਾ ਚਾਹੀਦਾ।
ਭੋਗ ਪਾਉਣ ਵਕਤ ਤੇ ਅਰਦਾਸ ਵਕਤ ਮਹਾਰਾਜ ਜੀ ਦੇ ਉੱਤੇ ਚੌਰ ਹੁੰਦਾ ਰਹੇ। ਖੜੇ ਹੋ ਕੇ ਸਾਰਿਆਂ ਨੇ ਅਰਦਾਸ ਸੁਣਨੀ, ਇੱਕ ਸਿੰਘ ਨੇ ਅਰਦਾਸ ਕਰਨੀ ਹੈ। ਹਰ ਪਾਠ ਦੇ ਭੋਗ ਤੇ ਮਹਾਰਾਜ ਜੀ ਦੀ ਭੇਟਾ ਸੁੰਦਰਮਾਲਾ ਪੁਸ਼ਾਕਾ ਕਰੇ। ਹਰ ਪਾਠ ਦੇ ਆਦ ਮੱਧ ਅੰਤ ਕੜਾਹ ਪ੍ਰਸ਼ਾਦ ਕਰਨਾ ਸਿਰਫ ਸਧਾਰਨ ਪਾਠ ਤੇ ਸਧਾਰਨ ਮਿਰਤਕ ਦੇ ਮੱਧ ਵਿੱਚ ਨਹੀਂ ਕੀਤਾ ਜਾਂਦਾ ਹੈ। ਇਹ ਧਿਆਨ ਰੱਖਣਾ, ਸਿਰਫ ਸਧਾਰਨ ਪਾਠ ਤੇ ਸਧਾਰਨ ਮਿਰਤਕ ਦੇ ਮੱਧ ਵਿੱਚ ਨਹੀਂ ਕੜਾਹ ਪ੍ਰਸ਼ਾਦ ਬਣਾਉਂਦੇ। ਪਾਠ ਦੇ ਆਰੰਭ ਵਕਤ ਤੇ ਭੋਗ ਪੈਣ ਤੋਂ ਬਾਅਦ ਕੀਰਤਨ ਹੋਵੇ। ਭੋਗ ਪਾ ਕੇ ਆਰਤੀ ਕਰਨੀ, ਆਰਤੀ ਦੇ ਭਾਵ ਸ਼ਬਦ ਪੜ੍ਹਨੇ। ਸੰਪਟ ਅਖੰਡ ਪਾਠ ਤੇ ਕੜਾਹ ਪ੍ਰਸ਼ਾਦ ਰੋਜ਼ ਕਰਨਾ ਤੇ ਸਧਾਰਨ ਸੰਪਟ ਤੇ ਰੋਜ਼ਾਨਾ ਆਰੰਭ ਮੱਧ ਅਤੇ ਭੋਗ ਸਮੇਂ 3 ਵਾਰੀ ਹੋ ਸਕਦੀ ਹੈ। ਹਰ ਇੱਕ ਪਾਠ ਉੱਚੀ ਸੁਰ ਨਾਲ ਪੜ੍ਹਨਾ। ਹਰ ਪਾਠ ਤੇ ਕੁੰਭ, ਧੂਪ, ਨਰੇਲ, ਜੋਤ, ਫੁੱਲ ਆਦਿ ਜ਼ਰੂਰ ਰੱਖਣੇ ਆ। ਭੋਗ ਪੈਣ ਵਕਤ 1.25 ਰੁਪਈਆ ਮਹਾਰਾਜ ਦੀ ਭੇਟਾ ਕਰਨਾ। ਪੁਰਾਣੇ ਸਮਿਆਂ ਤੇ ਹੁੰਦਾ ਸੀ, ਹੁਣ 5 ਰੁਪਏ ਕਰ ਦਿਓ, 10 ਕਰ ਦਿਓ। ਜੋ ਸਰੂਪ ਦੇ ਨਾਲ ਜਾਏ, ਸਗੋਂ 5 ਰੁਪਏ ਚਾਹੀਦੇ ਜਾਂ 51 ਰੁਪਏ, 101 ਰੁਪਈਆ ਚਾਹੀਦਾ ਹੈ। ਕੜਾਹ ਪ੍ਰਸ਼ਾਦ ਮਹਾਰਾਜ ਜੀ ਦੇ ਸਾਹਮਣੇ ਸੱਜੇ ਹੱਥ ਰੱਖਣਾ ਹੈ ਤੇ ਸੰਪੂਰਨ ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਦੇਗ ਠੰਡੀ ਕਰਕੇ ਭੋਗ ਲਾਉਣਾ ਹੈ। ਗਰਮ ਪ੍ਰਸ਼ਾਦ ਨੂੰ ਭੋਗ ਨਹੀਂ ਲਾਉਣਾ। ਭੋਗ ਪਾਉਣਾ ਸ਼ੁਰੂ ਕਰਨ ਤੇ ਅਰਦਾਸ ਕਰਨ ਵਕਤ ਕੜਾਹ ਪ੍ਰਸ਼ਾਦ ਤੇ ਰਮਾਲਾ ਪਾ ਦੇਣਾ। ਪ੍ਰਸ਼ਾਦ ਦੇ ਤਾਬਿਆ ਮੂਲ ਮੰਤਰ ਪੜ੍ਹਦੇ ਰਹਿਣਾ। ਭੋਗ ਲਾਉਣ ਵਕਤ ਪ੍ਰਸ਼ਾਦ ਦੇ ਵਿੱਚ ਖੁਰਚਨਾਦ ਕੋਈ ਚੀਜ਼ ਨਾ ਹੋਵੇ। 23ਵੀਂ ਮਰਿਆਦਾ ਹਰ ਪਾਠ ਦੇ ਭੋਗ ਪੈਣ ਤੇ ਕੀਰਤਨ ਤੇ ਆਰਤੀ ਉਚਾਰੇ ਸੋ ਬਿਨਾਂ ਮਿਰਤਕ ਪਹਿਲੀ ਵਾਰ ਦਾ। ਆਰਤੀ ਦੇ ਸ਼ਬਦ ਹੀ ਪੜ੍ਹਨੇ ਹਨ, ਦੀਵੇ ਨਹੀਂ ਬਾਲਣੇ। ਇਹ ਧਿਆਨ ਰੱਖਣਾ, ਸਿਰਫ ਆਰਤੀ ਦੇ ਸ਼ਬਦ ਪੜ੍ਹਨੇ। ਆਰਤੀ ਬਣੀ ਇਸੇ ਕਰਕੇ ਹੀ ਆ। ਮਹਾਰਾਜ ਦੇ ਪ੍ਰਕਾਸ਼ ਵਾਲੀ ਥਾਂ ਪੱਕੀ ਹੋਵੇ ਤੇ ਇਸ਼ਨਾਨ ਕਰਾਇਆ ਜਾਏ, ਜੇ ਕੱਚੀ ਹੋਵੇ ਤਾਂ ਮਿੱਟੀ ਦਾ ਪੋਚਾ ਫੇਰਿਆ ਜਾਏ। ਗੋਹਾ ਆਦਿਕ ਨਹੀਂ ਵਰਤਣਾ। ਫਿਰ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ। ਦੀਵਾ ਘਿਓ ਦਾ ਜਗਾਉਣਾ, ਫੁੱਲ ਚੜਾਉਣੇ, ਕਿਉੜਾ ਛਿੜਕਣਾ। 25ਵੀਂ ਮਰਿਆਦਾ ਮਹਾਰਾਜ ਦਾ ਕਮਰਾ ਬਸਤਰਾਂ ਕਰਕੇ ਸਜਾ ਕੇ ਰੱਖਣਾ, ਸਫਾਈ ਰੱਖਣੀ। 26ਵੀਂ ਮਰਿਆਦਾ ਪਾਠੀ ਸਿੰਘ ਕਸੁੰਬੇ ਲਾਲ ਬਸਤਰ ਨਾ ਪਹਿਨਣ, ਬ੍ਰਹਮਚਾਰੀ ਧਾਰੇ, ਕਸੁੰਬੇ ਰੰਗ ਦਾ ਪੋਸ਼ਾਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਚੜਾਵੇ। 27ਵੀਂ ਮਰਿਆਦਾ ਪਾਠ ਕਰਨ ਵਕਤ ਸਦਾ ਮੰਜੀ ਸਾਹਿਬ ਤੋਂ ਪਿੱਛੇ ਬੈਠੇ। ਮੰਜੀ ਸਾਹਿਬ ਦੇ ਥੱਲੇ ਪੈਰ ਨਾ ਹੋਣ ਤੇ ਉੱਤੇ ਕੂਹਣੀਆਂ ਅਰਕਾਂ ਆਦਿਕ ਰੱਖ ਕੇ ਨਾ ਬੈਠੇ। ਪੱਤਰਿਆਂ ਤੇ ਹੱਥ ਨਾਲ ਰੱਖੇ। ਲੋੜ ਪੈਣ ਤਾਂ ਰੁਮਾਲਾ ਰੱਖ ਲੈਣਾ। ਪੱਤਰਾ ਸਦਾ ਸੱਜੇ ਹੱਥ ਨਾਲ ਉੱਪਰਲੇ ਪਾਸੇ ਤੋਂ ਉਲਟਾਉਣਾ। 28ਵੀਂ ਮਰਿਆਦਾ ਮਹਾਰਾਜ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਪੋਥੀਆਂ ਆਦਿ ਲਿਖ ਕੇ ਮੁਫਤ ਸੇਵਾ ਕਰਨੀ, ਗੁਰਪੁਰੀ ਦੀ ਪ੍ਰਾਪਤੀ ਹੁੰਦੀ ਹੈ। 29ਵੀਂ ਮਰਿਆਦਾ ਅਖੰਡ ਪਾਠ 16 ਪਹਿਰਾਂ ਦੇ ਅੰਦਰ ਕਰਨਾ। ਮਿਰਤਕ ਪਾਠ 10ਵੇਂ ਦਿਨ ਹੀ, ਸਪਤਾਹਕ ਪਾਠ ਦਾ 7ਵੇਂ ਦਿਨ ਭੋਗ ਪਾਉਣਾ। ਬਾਕੀ ਜਦੋਂ ਖੁਸ਼ੀ ਹੋਵੇ ਭੋਗ ਪਾਉਣਾ। 30ਵੀਂ ਮਰਿਆਦਾ ਹਰ ਇੱਕ ਪਾਠ ਰੱਖਣ ਵਾਸਤੇ ਜਗ੍ਹਾ ਸਾਫ਼ ਹੋਵੇ। ਲੇਪ ਮਿੱਟੀ ਦਾ ਕਰਨਾ। ਜੇ ਪੱਕਾ ਹੋਵੇ ਤਾਂ ਧੋਣਾ। ਥਾਂ ਖੁੱਲ੍ਹੀ ਹੋਵੇ ਜਿੱਥੇ ਹਵਾ ਤੇ ਰੌਸ਼ਨੀ ਆ ਸਕੇ। ਪਾਠ ਆਰੰਭ ਕਰਨ ਵਕਤ ਅਰਦਾਸ ਸਮੇਂ ਤੇ ਭੋਗ ਦੀ ਅਰਦਾਸ ਸਮੇਂ ਸਾਰੇ ਪਾਠੀ ਹਾਜ਼ਰ ਹੋਣ। 32ਵੀਂ ਮਰਿਆਦਾ ਅਖੰਡ ਪਾਠ ਆਰੰਭ ਕਰਨ ਲੱਗਿਆਂ ਪਹਿਲਾਂ ਅਰਦਾਸ ਕਰਨੀ, ਫਿਰ ਹੁਕਮਨਾਮਾ ਲੈਣਾ, ਫਿਰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਤੋਂ ਆਰੰਭ ਕਰਨਾ। 33ਵੀਂ ਮਰਿਆਦਾ ਹੈ ਮੱਧ ਦੀ ਅਰਦਾਸ 705 ਅੰਗ ਤੇ ਜੈਸਰੀ ਵਾਰ ਦੇ ਆਰੰਭ ਸਮੇਂ ਕਰਨੀ, ਫਿਰ ਭੋਗ ਪਾ ਕੇ 18 10 20 ਮਗਰੋਂ ਜਪਜੀ ਸਾਹਿਬ ਦਾ ਪਾਠ ਕਰੋ, ਫਿਰ ਅਰਦਾਸ ਕਰਕੇ ਫਤਿਹ ਬੁਲਾਉਣੀ, ਫਿਰ ਹੁਕਮ ਲੈ ਕੇ ਦੇਗ ਵਰਤਾਉਣੀ। 34ਵੀਂ ਮਰਿਆਦਾ ਹੈਗੀ ਆ ਜਦੋਂ ਵੀ ਤਾਬਿਆ ਜਾਣਾ, ਸਹਿਜ ਪਾਠ ਹੋਵੇ ਚਾਹੇ ਅਖੰਡ ਪਾਠ ਹੋਵੇ ਤਾਂ 5 ਇਸ਼ਨਾਨਾਂ ਗੋਡਿਆਂ ਤੱਕ ਕਰਕੇ ਜਾਣਾ, ਤੇ ਜੰਗਲ ਮੈਦਾਨ ਗਿਆ ਹੋਵੇ ਤਾਂ ਇਸ਼ਨਾਨ ਕਰਕੇ ਸਤਿਗੁਰਾਂ ਤਾਬਿਆ ਜਾਣਾ। ਭਾਵੇਂ ਕੇਸੀ ਇਸ਼ਨਾਨ ਕਰੇ, ਸਾਰੇ ਕੱਪੜੇ ਬਦਲ ਦੇਣੇ, ਗਾਤਰਾ ਵੀ ਧੋਤਾ ਹੋਇਆ ਪਾਇਆ ਹੋਵੇ। ਗੁਰਬਾਣੀ ਦਾ ਜਿਹੜਾ ਅਦਬ ਹੈ ਇਹ ਕਿਸ ਪ੍ਰਕਾਰ ਕਰਨਾ। ਪਹਿਲੀ ਮਰਿਆਦਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ 5ਵੀਂ ਬਾਣੀ ਇਕੱਤਰ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਪਾਸੋਂ, ਜੋ ਮਹਾਰਾਜ ਜੀ ਦੇ ਮਾਮੇ ਲੱਗਦੇ ਸਨ, ਪੋਥੀਆਂ ਪ੍ਰਾਪਤ ਕਰਨ ਵਾਸਤੇ ਗਲੀ ਵਿੱਚ ਬੈਠ ਕੇ ਬਿਨਾਂ ਬਸਤਰ ਵਿਛਾਏ ਜਸ ਕੀਰਤਨ ਕੀਤਾ ਤੇ ਪੋਥੀਆਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਨੇ ਆਪ ਅਦਬ ਕੀਤਾ ਹੈ। ਦੂਸਰਾ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਣ ਵਾਸਤੇ ਪੋਥੀਆਂ ਇੱਕ ਪਾਲਕੀ ਵਿੱਚ ਸਥਾਪਨ ਕਰਕੇ ਤੇ ਆਪ ਪੈਦਲ ਨੰਗੇ ਚਰਨੀ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਚੌਰ ਕਰਦੇ ਆਏ। ਇੱਥੋਂ ਸਿੱਖਿਆ ਮਿਲਦੀ ਕਿ ਸਤਿਗੁਰਾਂ ਦੇ ਸਰੂਪ ਨੂੰ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਹੋਵੇ ਤਾਂ ਘੱਟ ਤੋਂ ਘੱਟ 5 ਸਿੰਘ ਹੋਣ, ਇੱਕ ਚੌਰ ਕਰੇ ਤੇ ਇੱਕ ਅੱਗੇ ਜਲ ਛਿੜਕੇ, ਇੱਕ ਘੰਟੀ ਵਜਾਏ ਤੇ ਸ਼ਬਦ ਪੜ੍ਹਦੇ ਨੰਗੇ ਚਰਨੀ ਸਾਰਿਆਂ ਨੇ ਜਾਣਾ। ਜੋੜਾ ਕਦੇ ਨਹੀਂ ਵੀ ਪਹਿਰਨਾ। ਪੋਥੀਆਂ 68 ਤੀਰਥ ਤੇ ਬਿਰਾਜਮਾਨ ਕਰਕੇ ਸਤਿਗੁਰਾਂ ਨੇ ਹਜ਼ੂਰੀ ਵਿੱਚ ਸਾਰੀ ਰਾਤ ਸਤਿਕਾਰ ਸਹਿਤ ਕੀਰਤਨ ਕੀਤਾ। ਚੌਥਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਚੌਹਾਂ ਪਾਤਸ਼ਾਹਾਂ ਦੀ ਬਾਣੀ ਤੇ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਜੋ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰੀ ਨੂੰ ਪਹਿਲੇ ਦਿਨ ਸ੍ਰੀ ਰਾਮਸਰ ਤੋਂ ਚੌਰ ਕਰਦੇ ਹੋਏ ਲਿਆ ਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਪਹਿਲਾ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਸਾਹਿਬ ਦੇ ਤਾਈਂ ਥਾਪਿਆ ਤੇ ਸੇਵਾ ਵਾਸਤੇ ਬਾਬਾ ਜੀ ਮਹਾਰਾਜ ਤਾਬਿਆ ਬੈਠਦੇ ਤੇ ਚੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦਿਨ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਵਿੱਚ ਬੈਠਣਾ ਸ਼ੁਰੂ ਕੀਤਾ। ਚੌਰ ਆਪਣੇ ਤੇ ਨਹੀਂ ਕਰਵਾਇਆ। ਸੰਗਤਾਂ ਦੇ ਨਾਲ ਵਿਛਾਈ ਤੇ ਬੈਠਦੇ ਰਹੇ। ਆਪ ਜੀ ਨੇ ਸਤਿਕਾਰ ਤੇ ਅਦਬ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ। ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ। ਇਹ 1407 ਅੰਗ ਤੇ ਭੱਟਾਂ ਦੇ ਸਵਈਆਂ 'ਚ ਉਚਾਰਨ ਕੀਤਾ ਹੈ। ਕੋਠਾ ਸਾਹਿਬ ਵਾਲੇ ਸਥਾਨ ਤੇ ਮਹਾਰਾਜ ਜਿੱਥੇ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਰੂਪ ਬਿਰਾਜਮਾਨ ਹੁੰਦੇ ਨੇ, ਥੱਲੇ ਚਿੱਟਾ ਕੱਪੜਾ ਤਾਈਂ ਵਿਛਾਇਆ ਹੋਇਆ। ਰਾਤ ਨੂੰ ਬਿਰਾਜਮਾਨ ਕਰਨ ਵਕਤ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਕੋਠੜੀ ਸਾਹਿਬ ਜੀ ਜਿੱਥੇ ਆਪ ਜੀ ਬਿਰਾਜਮਾਨ ਹੁੰਦੇ ਸਨ, ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਲੰਘ ਤੇ ਬਿਰਾਜਮਾਨ ਕਰਦੇ ਤੇ ਆਪ ਇੱਕ ਚਾਦਰ ਵਿਛਾ ਕੇ ਪਲੰਘ ਦੇ ਥੱਲੇ ਭੂਮ ਆਸਣ ਤੇ ਬਿਰਾਜਦੇ ਰਹੇ। ਹੁਣ ਵੀ ਉਹੀ ਮਰਿਆਦਾ ਤੇ ਪਲੰਘ ਸਾਹਿਬ ਦੇ ਥੱਲੇ ਸਤਿਗੁਰਾਂ ਦੀ ਇੱਕ ਦਰੀ ਤੇ ਚਾਦਰ ਵਿਛਾਈ ਜਾਂਦੀ ਯਾਦ ਦੇ ਵਿੱਚ। ਛੇਵੀਂ ਗੱਲ ਹੈ, ਛੇਵਾਂ ਬਚਨ ਕਰਦੇ ਨੇ, ਇਸ ਪ੍ਰਕਾਰ ਇੱਕ ਸਮੇਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਲੰਘ ਤੇ ਬਿਰਾਜਮਾਨ ਸਨ ਤੇ ਕਾਬਲਾਤ ਤੋਂ ਸੰਗਤ ਆਈ ਤੇ ਥੱਲੇ ਬੈਠ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਸੁਣ ਕੇ ਝੱਟ ਛੇਤੀ ਉੱਠੇ। ਉੱਠਣ ਕਾਰਨ ਗੋਡੇ ਤੇ ਪਲੰਘ ਨਾਲ ਸੱਟ ਵੱਜ ਗਈ। ਸਿੱਖਾਂ ਦੇ ਪੁੱਛਣ ਤੇ ਕਿਹਾ ਕਿ ਕੀਰਤਨ ਹੁੰਦੇ ਪਲੰਘ ਤੇ ਬੈਠਣਾ ਕੀਰਤਨ ਦਾ ਅੱਧ ਵਿੱਚ ਬੜਾ ਭਾਰੀ ਫਰਕ ਪੈਂਦਾ ਹੈ। ਗੁਰਬਾਣੀ ਦਾ ਸਤਿਕਾਰ ਅਸੀਂ ਨਾ ਕਰਾਂਗੇ ਫਿਰ ਸੰਗਤਾਂ ਕਿਵੇਂ ਕਰਨਗੀਆਂ। ਇਹ ਸਤਿਕਾਰ ਮਹਾਰਾਜ ਨੇ ਆਪ ਕਰਕੇ ਸਾਨੂੰ ਸਿੱਖਿਆ ਦਿੱਤੀ। ਸਾਨੂੰ ਇਹਨਾਂ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲੈ ਜਾਣ ਵਾਸਤੇ ਨੰਗੇ ਪੈਰੀਂ ਚੌਰ ਕਰਦੇ ਹੋਏ ਪਾਣੀ ਛਿੜਕਦੇ ਹੋਏ ਜਾਣਾ ਚਾਹੀਦਾ। ਘੱਟ ਤੋਂ ਘੱਟ 5 ਸਿੰਘ ਨਾਲ ਜ਼ਰੂਰ ਹੋਣ। ਮਹਾਰਾਜ ਦੇ ਕਮਰੇ ਵਿੱਚ ਹਮੇਸ਼ਾ ਭੁੰਜੇ ਸੌਣਾ ਚਾਹੀਦਾ। ਮਹਾਰਾਜ ਦੇ ਤਖਤ ਅਤੇ ਸਾਹਮਣੇ ਕਿਤੇ ਵੀ ਗੱਦੀ ਲਾ ਕੇ ਨਹੀਂ ਬੈਠਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਖਤ ਤਿਆਰ ਕਰਕੇ ਮੰਜੀ ਸਾਹਿਬ ਥੱਲੇ ਇੱਕ ਵਾਧੂ ਕੱਪੜਾ ਵਿਛਾਉਣਾ ਚਾਹੀਦਾ। ਗ੍ਰੰਥੀ ਸਿੰਘ ਥੱਲੇ ਇੱਕ ਕੱਪੜਾ ਘੱਟ ਹੋਵੇ, ਇਹ ਧਿਆਨ ਰੱਖਣਾ। ਮਹਾਰਾਜ ਦੇ ਹਜ਼ੂਰ ਸਿਰਫ ਕੀਰਤਨ ਦੇ ਥੱਲੇ ਇੱਕ ਕੱਪੜਾ ਵਿਛਾਇਆ ਜਾ ਸਕਦਾ ਹੈ ਤੇ ਜਾਂ ਮਹਾਰਾਜ ਦੀ ਬਾਣੀ ਦੀਆਂ ਪੋਥੀਆਂ ਆਦਿਕ ਥੱਲੇ ਹੋਰ ਕਿਤੇ ਨਹੀਂ ਕੱਪੜਾ ਵਿਛਾਉਣਾ। ਜਿਸ ਜਗ੍ਹਾ ਕੀਰਤਨ ਹੁੰਦਾ ਹੋਵੇ ਸਾਹਮਣੇ ਮੰਜੇ ਤੇ ਨਹੀਂ ਬੈਠਣਾ। ਜਿੱਥੇ ਸੰਗਤ ਬੈਠੀ ਹੋਵੇ ਸਾਹਮਣੇ ਮੰਜੇ ਤੇ ਨਹੀਂ ਬੈਠਣਾ। ਲੰਗਰ ਛਕਦੀ ਹੋਵੇ ਸੰਗਤ ਤਾਂ ਵੀ ਮੰਜੇ ਤੇ ਨਹੀਂ ਬੈਠਣਾ।